18ਵੀਂ ਸਦੀ ਸਿੱਖਾਂ ਦੀ ਸ਼ਹਾਦਤ। ਅਰਬੀ ਭਾਸ਼ਾ ਵਿੱਚ ਸ਼ਹਾਦਤ ਦਾ ਮਤਲਬ ਗਵਾਹੀ ਦੇਣਾ। ਐਲ ਸ਼ਹੀਦ ਸ਼ਬਦ ਭਾਰਤ ਵਿੱਚ ਸਾਮੀ, ਅਰਬੀ ਜਾਂ ਯਹੂਦੀ ਸੱਭਿਆਚਾਰ ਤੋਂ ਆਇਆ ਹੈ। ਸੱਚਾਈ, ਨਿਆਂ ਤੇ ਹੱਕ ਦੀ ਗਵਾਹੀ ਭਰ ਕੇ ਸਰੀਰ ਤਿਆਗਣ ਵਾਲੇ ਵਿਅਕਤੀ ਲਈ ਸਿੱਖ ਧਰਮ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਕੌਮਾਂ ਦੀ ਜਿੰਦ ਜਾਨ ਉਹਨਾਂ ਦੇ ਪਿਛੋਕੜ ਇਤਿਹਾਸ ਤੇ ਨਿਰਭਰ ਕਰਦੀ ਹੈ। ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖ ਸੂਰਬੀਰਾਂ ਨੇ ਸਮੇਂ-ਸਮੇਂ ਸਿਰ ਆਪਣਾ ਖੂਨ ਡੋਲ ਕੇ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ। ਗੁਰੂ ਨਾਨਕ ਸਾਹਿਬ ਨੇ ਤਾਂ ਸਿੱਖ ਧਰਮ ਨੂੰ ਗੁੜਤੀ ਹੀ ਸ਼ਹੀਦੀ ਦੀ ਦਿੱਤੀ ਹੈ। ਸ਼ਾਇਦ ਉਹ ਜਾਣਦੇ ਸਨ ਕਿ ਆਉਣ ਵਾਲਾ ਸਮਾਂ ਸਿੱਖ ਧਰਮ ਲਈ ਬਹੁਤ ਔਖਾ ਹੈ। ਜੋ ਤਉ ਪ੍ਰੇਮ ਖੇਲਨ ਕਾ ਚਾਓ, ਸਿਰ ਧਰੇ ਤਲੀ ਗਲੀ ਮੇਰੀ ਆਓ। ਇਤੋਂ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਣੇ ਨਾ ਕੀਜੈ। ਵੀ ਸਲੋਕ 12 ਤੇ ਵਧੀਕ। ਮਲਾ 1। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਸ਼ਹੀਦੀ ਪਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ। ਦੁਨੀਆ ਦੇ ਇਤਿਹਾਸ ਵਿੱਚ ਐਸੀਆਂ ਕਈ ਮਿਸਾਲਾਂ ਹਨ ਜਿਸ ਵਿੱਚ ਧਰਮ ਦੇ ਅਨੁਆਈਆਂ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਹੋਣਗੀਆਂ। ਇੱਕ ਪਰ ਕਿਸੇ ਹੋਰ ਧਰਮ ਮਤ ਲਈ ਜਿਸ ਨੂੰ ਉਹ ਖੁਦ ਵੀ ਨਾ ਮੰਨਦਾ ਹੋਵੇ ਉਸ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ। ਇਤਿਹਾਸ ਵਿੱਚ ਐਸੀ ਮਿਸਾਲ ਦੇ ਪੂਰਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਏ ਸੀ, ਜਿਨ੍ਹਾਂ ਤੇ ਤੁਰ ਕੇ ਗੁਰੂ ਗੋਬਿੰਦ ਸਿੰਘ ਤੇ ਹੋਰ ਮਹਾਨ ਸ਼ਹੀਦਾਂ ਨੇ ਦੂਸਰਿਆਂ ਦੇ ਭਲੇ ਲਈ ਬੇਸ਼ੁਮਾਰ ਸ਼ਹੀਦੀਆਂ ਦਿੱਤੀਆਂ। ਇੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, 4 ਸਾਹਿਬਜ਼ਾਦੇ, 40 ਮੁਕਤੇ, ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਅਤੇ ਉਹਨਾਂ ਦੇ ਨਾਲ ਅਨੇਕਾਂ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਰੋਂਗਟੇ ਖੜੇ ਕਰਨ ਵਾਲੀਆਂ ਇਤਿਹਾਸਿਕ ਘਟਨਾਵਾਂ ਹਨ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਤਾਰਾ ਸਿੰਘਵਾਂ, ਬਾਬਾ ਬੋਤਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਗੁਰਬਖਸ਼ ਸਿੰਘ ਤੇ ਹੋਰ ਬੇਅੰਤ ਗੁਮਨਾਮ ਆਤਮਾਵਾਨ ਹਨ ਜਿਨ੍ਹਾਂ ਇਸ ਧਰਮ, ਕੌਮ ਤੇ ਦੇਸ਼ ਲਈ ਅਕਿਹਤੇ ਅਸਹਿ ਕਸ਼ਟ ਸਹਾਰਦੇ ਹੋਏ ਆਪਣੀਆਂ ਜਾਨਾਂ ਵਾਰੀਆਂ ਹਨ। ਪਰ ਅਫਸੋਸ ਅਸੀਂ ਆਪਣੀ ਵਡਮੁੱਲੀ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੰਭਾਲ ਕੇ ਨਹੀਂ ਰੱਖ ਸਕੇ। ਜਿਨ੍ਹਾਂ ਪਿੱਛੇ ਕੁਰਬਾਨੀਆਂ ਕੀਤੀਆਂ ਗਈਆਂ ਸੀ ਉਹ ਵੀ ਭੁੱਲ ਗਏ ਹਨ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹ ਵੀ ਭੁੱਲ ਗਏ। ਅੱਜ ਫਿਰ ਸਾਨੂੰ ਇਹਨਾਂ ਸ਼ਹੀਦੀਆਂ ਤੇ ਦਿੱਤੀਆਂ ਕੁਰਬਾਨੀਆਂ ਨੂੰ ਦੁਨੀਆ ਨੂੰ ਯਾਦ ਕਰਾਉਣ ਦੀ ਤੀਬਰ ਲੋੜ ਹੈ। ਗੁਰਸਿੱਖਾਂ ਦੀਆਂ ਇਸ ਮਹਾਨ ਕੁਰਬਾਨੀਆਂ ਨੂੰ ਸੁਰਜੀਤ ਰੱਖਣ ਲਈ ਪੰਥਕ ਅਰਦਾਸ ਵਿੱਚ ਇਹਨਾਂ ਸ਼ਹੀਦਾਂ ਨੂੰ ਉਚੇਰਾ ਅਸਥਾਨ ਦਿੱਤਾ ਗਿਆ ਹੈ। ਇੱਕ ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਦੋਨੋਂ ਵੇਲੇ ਯਾਦ ਕਰਨ ਦਾ ਸਰੋਤ ਸਾਡੀ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਂ ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠਿਆਨ, ਜਪਿਆਨ, ਤਪਿਆਨ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇ ਗਵਾਹੀ ਦੇਖ ਕੇ ਅੰਡਿਤ ਕੀਤਾ। ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸੁਆਸਾਂ ਨਾਲ ਨਿਭਾਹੀ, ਤਿੰਨਾਂ ਦੀ ਨੇਕ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ। ਅਰਦਾਸ ਵਿੱਚ ਗੁਰੂ ਸਾਹਿਬ ਦੇ 5 ਪਿਆਰੇ 4 ਸਾਹਿਬਜ਼ਾਦੇ ਨੂੰ ਯਾਦ ਕਰਨ ਤੋਂ ਬਾਅਦ ਜਿਤਨੀਆਂ ਵੀ ਸ਼ਹਾਦਤਾਂ ਦਾ ਜ਼ਿਕਰ ਕਰਦੇ ਹਾਂ ਇਹ ਸਾਰੀਆਂ ਸ਼ਹਾਦਤਾਂ ਮੁੱਖ ਤੌਰ 18 ਸਦੀ ਵਿੱਚ ਹੋਈਆਂ। 18ਵੀਂ ਸਦੀ ਦਾ ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਇੱਕ ਲੰਬੀ ਦਾਸਤਾਨ ਹੈ ਕਿ ਉਹ ਸਮਾਂ ਜੀ ਜਦੋਂ ਗੁਰੂ ਕੇ ਸਿੰਘਾਂ, ਬੀਬੀਆਂ, ਬੱਚਿਆਂ ਨੇ ਆਪਣੇ ਧਰਮ ਤੇ ਕਿਸਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਮਾਸੂਮ ਬੱਚਿਆਂ ਦੇ ਟੋਟੇ ਟੋਏ ਕਰਵਾ ਆਪਣੇ ਗਲਾਂ ਵਿੱਚ ਹਾਰ ਪਵਾਏ ਪਰ ਸਿੱਖੀ ਸਿਦਕ ਨਹੀਂ ਹਾਰਿਆ। ਇਸ ਸਦੀ ਵਿੱਚ ਸਿੱਖਾਂ ਨੇ ਜਿਤਨਾ ਅਤੇ ਦਾ ਸਾਹਮਣਾ ਕੀਤਾ, ਜਿਤਨੇ ਉਤਾਰ ਚੜਾਵ ਦੇਖੇ, ਜਿਤਨਾ ਖੂਨ ਡੋਲਿਆ, ਦੁਨੀਆ ਦੇ ਕਿਸੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਇੱਕ ਸਬਰ ਤੇ ਸਿਦਕ ਦੀਆਂ ਜਿਨ੍ਹਾਂ ਸਿਖਰਾਂ ਨੂੰ ਛੋਹਿਆ ਉਸ ਦੀ ਵੀ ਇੱਕ ਆਪਣੀ ਹੱਦ ਸੀ। ਇੱਕ ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ, ਇੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਇੱਕ ਮੁਲਕ ਦੀ ਹਰ ਗਲੀ, ਹਰ ਕੂਚੇ ਵਿੱਚ ਗਸ਼ਤੀ ਫੌਜਾਂ ਤੇ ਆਮ ਲੋਕ ਇਨਾਮ ਪਾਉਣ ਦੇ ਲਾਲਚ ਵਜੋਂ ਸਿੱਖਾਂ ਦਾ ਸ਼ਿਕਾਰ ਕਰਦੇ ਰਹੇ ਤੇ ਹਕੂਮਤ ਸਿੱਖਾਂ ਨੂੰ ਸ਼ਹੀਦ ਕਰਨ ਦੇ ਵੱਖ-ਵੱਖ ਤਰੀਕੇ ਜੋ ਕੁੱਲ 18 ਸੀ, ਸਿੱਖਾਂ ਤੇ ਅਪਣਾਉਂਦੀ ਰਹੀ। ਦਸੰਬਰ 1715 ਵਿੱਚ ਗੁਰਦਾਸ ਨੰਗਲ ਦੀ ਲੜਾਈ ਬਾਅਦ ਬੰਦਾ ਬਹਾਦਰ ਤੇ ਉਸ ਦੇ 740 ਸਾਥੀਆਂ ਨੂੰ ਦਿੱਲੀ ਵਿੱਚ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਵਿੱਚ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਤੇ ਉਸ ਦੇ ਪੁੱਤਰ ਜ਼ਕਰੀਆ ਖਾਨ ਦਾ ਬਹੁਤ ਵੱਡਾ ਹੱਥ ਸੀ। ਇੱਕ ਜ਼ਕਰੀਆ ਖਾਨ ਨੇ ਮੁਗਲ ਬਾਦਸ਼ਾਹ ਫਰੱਖਸੀਅਰ ਨੂੰ ਖੁਸ਼ ਕਰਨ ਲਈ
ਗੁਰਦਾਸਪੁਰ ਨੰਗਲ ਤੋਂ ਬੰਦੀ ਬਣਾਏ ਸਿੰਘਾਂ ਦੇ ਨਾਲ ਸਿੱਖਾਂ ਦੇ ਸਿਰਾਂ ਨਾਲ ਭਰੇ 700 ਗੱਡੇ ਤੇ ਉਹਨਾਂ ਦੇ ਅੱਗੇ ਨੇਜਿਆਂ ਤੇ ਟੰਗੇ 2000 ਸਿੱਖਾਂ ਦੇ ਸਿਰ ਲਾਹੌਰ ਤੇ ਦਿੱਲੀ ਵਿੱਚ ਨੁਮਾਇਸ਼ ਵਜੋਂ ਲਿਆਂਦੇ ਸਨ। ਐਲ ਬਾਦਸ਼ਾਹ ਦੇ ਹੁਕਮ ਨਾਲ ਦਿੱਲੀ ਵਿੱਚ ਬੰਦੀ ਬਣਾਏ ਸਿੱਖਾਂ ਨੂੰ ਕਤਲ ਕਰਨ ਦਾ ਸਿਲਸਿਲਾ 5 ਮਾਰਚ ਤੋਂ 12 ਮਾਰਚ ਤੱਕ ਜਾਰੀ ਰਿਹਾ, ਜਿਸ ਵਿੱਚ ਕਿਸੇ ਇੱਕ ਸਿੱਖ ਨੇ ਆਪਣੀ ਜਾਨ ਬਚਾਉਣ ਲਈ ਧਰਮ ਤੋਂ ਮੁੱਖ ਨਹੀਂ ਮੋੜਿਆ। ਇੱਕ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਸਮਾਂ ਅਤ ਮੁਸ਼ਕਿਲ ਦਾ ਸੀ। ਇੱਕ ਪਾਸੇ ਮੁਗਲ ਹਕੂਮਤ ਉਹਨਾਂ ਦਾ ਖੋਜ ਦੇ ਪੂਰੇ ਯਤਨ ਕਰ ਰਹੀ ਸੀ ਤੇ ਦੂਜੇ ਪਾਸੇ ਵਿਦੇਸ਼ੀ ਹਮਲਾਵਰ, ਜੋ ਦਿੱਲੀ ਤੱਕ ਲੁੱਟ-ਮਾਰ ਕਰਦੇ ਖਾਲੀ ਦੌਲਤ ਹੀ ਨਹੀਂ ਬਲਕਿ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਜਵਾਨ ਬੱਚੇ ਤੇ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਤੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਤੋਂ ਨਿਲਾਮ ਕਰਦੇ, ਜੋ ਸਿੱਖਾਂ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ। ਉਹ ਆਪਣੀ ਪੂਰੀ ਵਾਹ ਲਗਾ ਕੇ ਨਾ ਕੇਵਲ ਲੁੱਟਿਆ ਮਾਲ ਵਾਪਸ ਲੈ ਲੈਂਦੇ ਬਲਕਿ ਔਰਤਾਂ ਨੂੰ ਛੁਡਾ ਕੇ ਬਾਇਜ਼ਤ ਘਰੋਂ ਕਰੀ ਪੁੱਜਾ ਦਿੰਦੇ। ਇਸ ਸਮੇਂ ਸਿੱਖਾਂ ਤੇ ਅਕੇਹ ਤੇ ਆਸਿਫ ਜ਼ੁਲਮ ਕੀਤੇ ਗਏ, ਅਨੇਕਾਂ ਨੂੰ ਚਰਖੜੀਆਂ ਤੇ ਚਾੜਿਆ, ਬੰਦ ਕੱਟੇ ਗਏ, ਉਹਨਾਂ ਦੇ ਜਿਸਮਾਂ ਦੇ ਟੋਟੇ ਕੀਤੇ ਗਏ, ਪੁੱਠੇ ਕਰਕੇ ਦਰਖਤਾਂ ਤੇ ਟੰਗੇ ਗਏ, ਉਹਨਾਂ ਦੇ ਸਿਰਾਂ ਦਾ ਮੁੱਲ ਪਾਇਆ। ਕੋਈ ਵੀ ਐਸ ਜ਼ੁਲਮ ਨਹੀਂ ਸੀ ਰਿਹਾ ਜੋ ਸਿੱਖਾਂ ਤੇ ਨਾ ਕੀਤਾ ਗਿਆ ਹੋਵੇ। ਇਸਲਾਮ ਧਰਮ ਦਾ ਇਤਿਹਾਸ ਦੱਸਦਾ ਹੈ ਕਿ ਮੁਹੰਮਦ ਸਾਹਿਬ ਦਾ ਜਨਮ ਬੜੇ ਨਾਜ਼ੁਕ ਤੇ ਸੰਕਟਮਈ ਸਮੇਂ ਵਿੱਚ ਹੋਇਆ ਸੀ, ਜਦੋਂ ਆਮ ਮਨੁੱਖ ਨੂੰ ਧਾਰਮਿਕ ਸੂਝ-ਬੂਝ ਨਹੀਂ ਸੀ। ਪੈਗੰਬਰ ਮੁਹੰਮਦ ਸਾਹਿਬ ਨੇ ਲੋਕਾਈ ਨੂੰ ਸਦਭਾਵਨਾ ਤੇ ਆਪਸੀ ਮਿਲਵਰਤਨ ਦੇ ਆਧਾਰ ਤੇ ਇਕੱਠਾ ਕੀਤਾ। ਹਿੰਦੂ ਮਤ ਵੀ ਇੱਕ ਅਕਾਲ ਪੁਰਖ ਮੰਨਦਾ ਹੈ, ਚਾਹੇ ਉਹਨਾਂ ਦੇ ਦੇਵੀ ਦੇਵਤੇ 36 ਕਰੋੜ ਕਹੇ ਜਾਂਦੇ ਹਨ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿੱਚ ਸਵੈ ਭਰੋਸਾ ਤੇ ਪਰਮਾਤਮਾ ਦੀ ਹੋਂਦ ਦਾ ਸਬਕ ਗ੍ਰਹਿਣ ਕਰਵਾਇਆ। ਤੁਰਕ, ਅਰਬੀਅਨ, ਪਰਸ਼ੀਅਨ, ਲੱਦਾਖੀ ਇੱਕ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਸੀ। ਸੰਸਾਰ ਦੇ ਸਾਰੇ ਧਰਮ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਦੇ ਲਖਾਇਕ ਹਨ, ਪਰ ਮੁਗਲਾਂ ਦੇ ਧਾਰਮਿਕ ਕੱਟੜਪਣ, ਅਫਗਾਨ ਦੇ ਲੋਭ ਲਾਲਚ ਤੇ ਤਮੇ ਸਦਕਾ 18ਵੀਂ ਸਦੀ ਵਿੱਚ ਸਿੱਖਾਂ ਨੂੰ ਲਾਜਵਾਬ ਤੇ ਅਦੁੱਤੀ ਸ਼ਹੀਦੀਆਂ ਦੇਣੀਆਂ ਪਈਆਂ। ਸਮਰਾਟ ਅਕਬਰ ਦੇ ਥੋੜੇ ਸਮੇਂ ਤੋਂ ਛੁੱਟ ਕੋਈ ਵੀ ਮੁਗਲ ਸਮਰਾਟ ਆਪਣੀ ਪ੍ਰਜਾ ਦੀ ਭਲਾਈ ਲਈ ਕੁਝ ਮੂਲ ਅਦਾਰੇ ਅਤੇ ਸੰਸਥਾਗਤ ਨੇਮ ਅਤੇ ਸ਼ਾਸਨ ਪ੍ਰਦਾਨ ਨਾ ਕਰ ਸਕਿਆ। ਬਾਬਰ ਵਕਤ ਵੀ ਕੋਈ ਘੱਟ ਜ਼ੁਲਮ ਨਹੀਂ ਹੋਏ। ਇਹ ਉਹ ਵਕਤ ਸੀ ਜਦ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਮੁਗਲ ਹਕੂਮਤ ਖੋਖਲੀ ਹੋ ਚੁੱਕੀ ਸੀ। ਸਨ 1707-1720 ਤੱਕ 8 ਬਾਦਸ਼ਾਹ ਬਦਲ ਚੁੱਕੇ ਸੀ। ਇੱਕ ਤਖਤ ਤੇ ਮੁਹੰਮਦ ਸ਼ਾਹ ਰੰਗੀਲਾ, ਜੋ ਕਿ ਇੱਕ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਸੀ, ਬੈਠਾ ਸੀ। ਇੱਕ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ, ਜੋ ਆਪਣੇ ਸਵਾਰਥ, ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਨ ਵਧਾਉਣ ਲਈ ਆਪਸ ਵਿੱਚ ਹੀ ਲੜਦੇ ਰਹਿੰਦੇ। ਉਹਨਾਂ ਦੇ ਹਾਕਮ ਆਪਣੀ ਹੀ ਪ੍ਰਜਾ ਤੇ ਅਤਿਆਚਾਰ ਕਰਦੇ। ਦਿੱਲੀ ਦੀ ਹਕੂਮਤ ਕਮਜ਼ੋਰ ਹੋਣ ਕਰਕੇ ਵਿਦੇਸ਼ੀ ਹਮਲੇ ਤੇ ਉਹਨਾਂ ਦੀ ਲੁੱਟ-ਖਸੁੱਟ ਆਮ ਸੀ। ਇਹ ਲੁੱਟ-ਖਸੁੱਟ ਕਰਨ ਵਾਲੇ ਧਾੜਵੀ ਜ਼ਿਆਦਾਤਰ ਅਫਗਾਨਿਸਤਾਨ ਵੱਲੋਂ ਹੀ ਆਉਂਦੇ ਤੇ ਹਿੰਦੁਸਤਾਨ ਤੋਂ ਲੱਖਾਂ ਕਰੋੜਾਂ ਦੀ ਸੰਪਤੀ, ਹੀਰੇ ਜਵਾਹਰਾਤ ਤੇ ਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ। ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਤੋਂ ਵੇਚਦੇ। ਪਹਿਲੀ ਵਾਰੀ ਜਦ ਨਾਦਰ ਸ਼ਾਹ ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ਲੱਖਾਂ ਕਰੋੜਾਂ ਦੀ ਸੰਪਤੀ ਲੁੱਟ ਕੇ ਲੈ ਗਿਆ। ਕਿਸੇ ਨੇ ਉਸ ਦਾ ਰਾਹ ਨਹੀਂ ਰੋਕਿਆ। ਇਸਨੇ ਅਫਗਾਨੀਆਂ ਨੂੰ ਜਾ ਕੇ ਕਿਹਾ, ਤੁਸੀਂ ਆਪਸ ਵਿੱਚ ਕਿਉਂ ਲੜ ਰਹੇ ਹੋ? ਹਿੰਦੁਸਤਾਨ ਨੂੰ ਜਾ ਕੇ ਲੁੱਟੋ ਜਿੱਥੇ ਕੋਈ ਮਰਦ ਨਹੀਂ। ਬਸ ਫਿਰ ਕੀ ਸੀ, ਨਾਦਰ ਸ਼ਾਹ ਤੇ ਫਿਰ ਅਹਿਮਦ ਸ਼ਾਹ ਦੇ ਹਮਲਿਆਂ ਦਾ ਦੌਰ ਸ਼ੁਰੂ ਹੋ ਗਿਆ। ਪੰਜਾਬ ਭਾਰਤ ਦਾ ਇੱਕ ਅਮੀਰ ਹਿੱਸਾ ਤੇ ਸਰਹੱਦੀ ਇਲਾਕਾ ਸੀ, ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਵਿੱਚ ਸਨ। ਸਿੱਖ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਹਿਦ ਕਰ ਰਹੇ ਸਨ। ਜਦ ਵੀ ਨਾਦਰ ਸ਼ਾਹ ਦਿੱਲੀ ਲੁੱਟਮਾਰ ਕਰਨ ਆਉਂਦਾ ਤਾਂ ਸਿੱਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ। ਪਰ ਜਦੋਂ ਅੰਨ, ਧਨ, ਸੋਨਾ, ਚਾਂਦੀ ਦੇ ਨਾਲ ਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸ ਤੇ ਅੱਧੀ ਰਾਤ ਨੂੰ ਹਮਲਾ ਕਰਕੇ ਲੁੱਟ ਦਾ ਮਾਲਕ ਹੋ ਕੇ ਤਾਂ ਖੁਦ ਰੱਖ ਲੈਂਦੇ ਤੇ ਬੱਚਿਆਂ ਨੂੰ ਬੱਬਾ ਇੱਜ਼ਤ ਆਪਣੇ ਘਰੋਂ ਕਰੀ ਪੁਚਾ ਦਿੰਦੇ। ਨਾਦਰ ਸ਼ਾਹ ਬੜਾ ਹੈਰਾਨ ਹੁੰਦਾ ਕਿ ਇਹ ਕਿਹੜੀ ਕੌਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੀ ਹੈ। ਲਾਹੌਰ ਪੁੱਜ ਕੇ ਉਸਨੇ ਜ਼ਕਰੀਆ ਖਾਨ ਤੋਂ ਇਸ ਬਾਰੇ ਸਵਾਲ ਕੀਤਾ। ਉਸਨੇ ਦੱਸਿਆ ਕਿ ਇਹਨਾਂ ਨੂੰ ਸਿੰਘ ਆਖਦੇ ਹਨ। ਇਹ ਫਕੀਰ ਲੋਕ ਹਨ, ਜੰਗਲਾਂ ਵਿੱਚ ਰਹਿੰਦੇ ਹਨ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦਾ ਘਾਟ ਹੈ। ਕਦੇ ਆਪਣੇ ਛੁਪਣ ਟਿਕਾਣਿਆਂ ਤੋਂ ਨਿਕਲਦੇ ਹਨ ਤੇ ਕਾਰਾ ਕਰਕੇ ਗਾਇਬ ਹੋ ਜਾਂਦੇ ਹਨ। ਕਈ ਦਿਨ ਭੁੱਖੇ ਰਹਿ ਲੈਂਦੇ ਹਨ। ਪਰ ਜਦੋਂ ਇਹਨਾਂ ਦਾ ਲੰਗਰ ਪੱਕਦਾ ਹੈ ਤੇ ਕਿਸੇ ਵੀ ਲੋੜਵੰਦ ਭੁੱਖੇ ਨੂੰ ਪਹਿਲਾਂ ਖੁਆਉਂਦੇ ਹਨ, ਬਚ ਜਾਏ ਤਾਂ ਆਪ ਖਾ ਲੈਂਦੇ ਹਨ। ਤਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਇੱਕ ਗੱਲ ਕਹੀ ਕਿ ਇਹ ਜ਼ਰੂਰ ਇੱਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ।
ਇੱਕ ਉਸ ਦੀ ਇਹ ਗੱਲ ਸੱਚ ਹੋਈ। ਇੱਕ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਹਿੰਦੁਸਤਾਨ ਦੇ ਇੱਕ ਵੱਡੇ ਹਿੱਸੇ ਤੇ ਰਾਜ ਕੀਤਾ, ਜੋ ਸਿੱਖ ਕੌਮ ਦੀ ਇੱਕ ਸੁਨਹਿਰੀ ਯਾਦਗਾਰ ਹੈ। ਇੱਕ ਨਾਦਰ ਸ਼ਾਹ ਦੀ ਇਸ ਗੱਲ ਦਾ ਜ਼ਕਰੀਆ ਖਾਨ ਤੇ ਬਹੁਤ ਅਸਰ ਹੋਇਆ। 1726 ਵਿੱਚ ਜ਼ਕਰੀਆ ਖਾਨ ਜਦ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਤਾਂ ਪੰਜਾਬ ਤੇ ਸਖਤੀ ਦਾ ਦੌਰ ਸ਼ੁਰੂ ਹੋ ਗਿਆ। ਇੱਕ ਸਿੱਖਾਂ ਲਈ ਫੌਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿੱਤੇ। ਇੱਕ ਜਿਸਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿੱਤੀ। ਇੱਕ ਉਸਨੇ ਇੱਕ ਹੁਕਮਨਾਮਾ ਜਾਰੀ ਕੀਤਾ, ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਤੇ ਕੰਬਲ, ਸਿੱਖਾਂ ਬਾਰੇ ਖਬਰ ਦੇਣ ਲਈ 10 ਰੁਪਏ, ਸਿੱਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ। ਇੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਜੋ ਵਕਤ ਨਾਲ ਵਧਦੇ ਘਟਦੇ ਰਹੇ ਤੇ 80 ਰੁਪਏ ਤੱਕ ਪੁੱਜੇ। ਇੱਕ ਉਹਨਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ ਤੇ ਖੁੱਲੀ ਛੂਟ ਸੀ। ਇੱਕ ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜ਼ਾਏ ਮੌਤ ਮੁਕਰਰ ਕੀਤੀ ਗਈ। ਇੱਕ ਸਿੱਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ। ਇੱਕ ਸਿੱਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੌਜ ਤਾਇਨਾਤ ਕਰ ਦਿੱਤੀ ਗਈ। ਇੱਕ ਅੰਮ੍ਰਿਤਸਰ ਦੇ ਆਸ-ਪਾਸ ਸਖਤ ਪਹਿਰਾ ਲਗਾ ਦਿੱਤਾ ਗਿਆ। ਇੱਕ ਜਿਸ ਦਾ ਨਤੀਜਾ ਇਹ ਹੋਇਆ ਕਿ ਪਤਾ ਸਿੱਖਾਂ ਦਾ ਵੇਰੀ ਬਣ ਗਿਆ। ਇੱਕ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਸਿੱਖਾਂ ਦੀ ਸੂਚਨਾ ਦੇਣ ਲੱਗੇ। ਇੱਕ ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀ ਜਵਾਨ ਬੱਚੀਆਂ ਤੇ ਇਸਤਰੀਆਂ ਦੇ ਕੇਸ ਕੱਟ ਉਹਨਾਂ ਨੂੰ ਸਿੱਖ ਕਰਾਰ ਕਰਕੇ ਜਿਨ੍ਹਾਂ ਦੀ ਅਜੇ ਦਾੜੀ ਮੁੱਛ ਨਹੀਂ ਆਈ, ਹਾਕਮਾਂ ਨੂੰ ਪੇਸ਼ ਕਰਨ ਲੱਗੇ। ਇੱਕ ਜਿਨ੍ਹਾਂ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਸੀ ਲਿਆ, ਉਹਨਾਂ ਨੂੰ ਵੀ ਪਕੜ ਕੇ ਮਾਰਿਆ ਜਾਣ ਲੱਗਾ। ਇੱਕ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿੱਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ, ਬਲਕਿ ਉੱਤਰ ਪੱਛਮ ਤੋਂ ਆਏ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿੱਤੀ। ਇੱਕ ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ ਤੇ ਮਾਰੂਥਲਾਂ ਵਿੱਚ ਜਾ ਬੈਠੇ। ਇੱਕ ਹਰ ਸਮੇਂ ਮੌਤ ਉਹਨਾਂ ਦਾ ਪਿੱਛਾ ਕਰਦੀ। ਇੱਕ ਫਿਰ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ। ਇੱਕ ਸਿੱਖ ਸਮੇਂ ਸਿਰ ਜੰਗਲਾਂ ਬੇਲਿਆਂ ਤੋਂ ਬਾਹਰ ਨਿਕਲਦੇ, ਛਾਪੇ ਮਾਰਦੇ ਤੇ ਆਪਣੀ ਹੋਂਦ ਦਾ ਅਹਿਸਾਸ ਕਰਾਉਂਦੇ, ਜ਼ੁਲਮ ਤੇ ਜ਼ਾਲਮਾਂ ਨਾਲ ਜੂਝਦੇ ਰਹੇ। ਇੱਕ ਇਸ ਸਮੇਂ ਦਾ ਜ਼ਿਕਰ ਕਰਦਿਆਂ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ, ਕਈ ਚਰਖੀ ਕੀ ਫਾਂਸੀ ਮਾਰੇ, ਕੀ ਤੋਪਨ ਕਈ ਛੁਰੀ ਕਟਾਰੇ, ਕਈਆਂ ਸਿਰ ਮੁੰਗਲੀ ਕੁੱਟੇ, ਕਈ ਡੋਬੇ ਨਦੀ ਕਸੀਟ ਸੁੱਟੇ। ਪਰ ਫਿਰ ਵੀ ਸਿੰਘ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਉਂਦੇ, ਆਪਣੇ ਫਰਜ਼ਾਂ ਤੋਂ ਮੂੰਹ ਨਾ ਮੋੜਦੇ ਹੋਏ ਆਪਣੀ ਸ਼ਰਨ ਵਿੱਚ ਆਏ ਹਰ ਮਜਲੂਮ ਦੀ ਰਾਖੀ ਕਰਦੇ ਰਹੇ। ਇੱਕ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਦਾ ਅੰਤ ਬਹੁਤ ਬੁਰੀ ਤਰ੍ਹਾਂ ਹੋਇਆ। ਇੱਕ ਉਸ ਵਕਤ ਇਸ ਦੇ ਜ਼ੁਲਮਾਂ ਦਾ ਸ਼ਿਕਾਰ ਭਾਈ ਤਾਰੂ ਸਿੰਘ ਜੀ ਸੀ, ਜਿਸ ਦੀ ਇਸਨੇ ਖੋਪਰੀ ਉਤਰਵਾ ਕੇ ਬੇਹੱਦ ਤਸੀਹੇ ਦੇ ਕੇ ਕਤਲ ਕੀਤਾ। ਇੱਕ ਉਸ ਦਾ ਪਿਸ਼ਾਬ ਬੰਦ ਹੋ ਗਿਆ। ਇੱਕ ਸਾਰੇ ਸਿਆਣੇ ਹਕੀਮ, ਫਕੀਰ ਤੇ ਔਲਿਆ ਦੇ ਇਲਾਜ ਬੇਅਸਰ ਹੋ ਗਏ। ਇੱਕ ਆਖਿਰ ਇੱਕ ਫਕੀਰ ਨੇ ਸਲਾਹ ਦਿੱਤੀ ਕਿ ਇਸ ਦਾ ਇੱਕੋ ਹੀ ਇਲਾਜ ਹੈ। ਇੱਕ ਜਿਸ ਰੱਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਕੇ ਤੂੰ ਕਤਲ ਕਰਨ ਦੀ ਸੋਚ ਰਿਹਾ ਹੈ, ਉਸੇ ਦੀ ਜੁੱਤੀ ਤੈਨੂੰ ਬਚਾ ਸਕਦਾ ਹੈ। ਇੱਕ ਭਾਈ ਤਾਰੂ ਸਿੰਘ ਦੀ ਖੋਪਰੀ ਉਤਰ ਚੁੱਕੀ ਸੀ, ਪਰ ਉਹ ਹੋਸ਼ ਵਿੱਚ ਸੀ। ਇੱਕ ਉਸ ਦੀਆਂ ਜੁੱਤੀਆਂ ਖਾ ਕੇ ਜ਼ਕਰੀਆ ਖਾਨ ਠੀਕ ਤਾਂ ਹੋ ਗਿਆ, ਪਰ ਜਲਦੀ ਹੀ ਨਰਕ ਨੂੰ ਚੱਲਦਾ ਬਣਿਆ। ਇੱਕ ਨਾਦਰ ਸ਼ਾਹ ਦੀ ਇਸ ਗੱਲ ਦਾ ਜ਼ਕਰੀਆ ਖਾਨ ਤੇ ਬਹੁਤ ਅਸਰ ਹੋਇਆ। 1726 ਵਿੱਚ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ, ਜਿਸਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿੱਤੀ। ਇੱਕ ਉਸਨੇ ਇੱਕ ਹੁਕਮਨਾਮਾ ਜਾਰੀ ਕੀਤਾ, ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਤੇ ਕੰਬਲ, ਸਿੱਖਾਂ ਬਾਰੇ ਖਬਰ ਦੇਣ ਲਈ 10 ਰੁਪਏ, ਸਿੱਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ। ਇੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਇੱਕ ਉਹਨਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ ਤੇ ਖੁੱਲੀ ਛੂਟ ਸੀ। ਇੱਕ ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜ਼ਾਏ ਮੌਤ ਦੀ ਸਜ਼ਾ ਮੁਕਰਰ ਕੀਤੀ ਗਈ। ਇੱਕ ਸਿੱਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ। ਇੱਕ ਸਿੱਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੌਜ ਤਾਇਨਾਤ ਕਰ ਦਿੱਤੀ ਗਈ। ਇੱਕ ਅੰਮ੍ਰਿਤਸਰ ਦੇ ਆਸ-ਪਾਸ ਸਖਤ ਪਹਿਰਾ ਲਗਾ ਦਿੱਤਾ ਗਿਆ। ਇੱਕ ਜਿਸ ਦਾ ਨਤੀਜਾ ਇਹ ਹੋਇਆ ਕਿ ਪਤਾ ਸਿੱਖਾਂ ਦਾ ਵੇਰੀ ਬਣ ਗਿਆ। ਇੱਕ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਸਿੱਖਾਂ ਦੀ ਸੂਚਨਾ ਦੇਣ ਲੱਗੇ। ਇੱਕ ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀ ਜਵਾਨ ਬੱਚੀਆਂ ਤੇ ਇਸਤਰੀਆਂ ਦੇ ਕੇਸ ਕੱਟ ਉਹਨਾਂ ਨੂੰ ਸਿੱਖ ਜਿਨ੍ਹਾਂ ਦੀ ਅਜੇ ਦਾੜੀ ਮੁੱਛ ਨਹੀਂ ਆਈ, ਦਿਖਾ ਹਾਕਮਾਂ ਨੂੰ ਪੇਸ਼ ਕਰਨ ਲੱਗੇ। ਇੱਕ ਜਿਨ੍ਹਾਂ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਸੀ ਲਿਆ, ਉਹਨਾਂ ਨੂੰ ਵੀ ਪਕੜ ਕੇ ਮਾਰਿਆ ਜਾਣ ਲੱਗਾ। ਇੱਕ ਬਹੁਤ
ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿੱਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਉੱਤਰ ਪੱਛਮ ਤੋਂ ਆਏ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿੱਤੀ। ਇੱਕ ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ ਤੇ ਮਾਰੂਥਲਾਂ ਵਿੱਚ ਜਾ ਬੈਠੇ। ਇੱਕ ਹਰ ਸਮੇਂ ਮੌਤ ਉਹਨਾਂ ਦਾ ਪਿੱਛਾ ਕਰਦੀ, ਇੱਕ ਫਿਰ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ ਮੋੜਦੇ। ਇੱਕ ਆਪਣੀ ਸ਼ਰਨ ਵਿੱਚ ਆਏ ਹਰ ਮਜਲੂਮ ਦੀ ਰਾਖੀ ਕੀਤੀ। ਇੱਕ ਛੋਟਾ ਘੱਲੂਘਾਰਾ 18ਵੀਂ ਸਦੀ ਦੀਆਂ ਪ੍ਰਮੁੱਖ ਘਟਨਾਵਾਂ ਵਿੱਚੋਂ ਛੋਟਾ ਤੇ ਵੱਡਾ ਘੱਲੂਘਾਰਾ ਇਤਿਹਾਸਕ ਦ੍ਰਿਸ਼ਟੀ ਤੋਂ ਖਾਸ ਅਹਿਮੀਅਤ ਰੱਖਦੇ ਹਨ। ਇੱਕ ਛੋਟਾ ਘੱਲੂਘਾਰਾ 1746 ਵਿੱਚ ਕਾਹਨੂੰਵਾਲ, ਗੁਰਦਾਸਪੁਰ ਤੇ ਵੱਡਾ ਫਰਵਰੀ 1762 ਵਿੱਚ ਮਲੇਰਕੋਟਲਾ ਦੇ ਨੇੜੇ ਪਿੰਡ ਕੁਪਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋ ਕੇ ਤਲੇਰ ਝਨੇਰ ਵਿੱਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ ਬਾਮਣੀਆਂ ਕੋਲ ਜਾ ਕੇ ਖਤਮ ਹੋਇਆ। ਇੱਕ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਦਾ ਅੰਤ ਬਹੁਤ ਬੁਰੀ ਤਰ੍ਹਾਂ ਹੋਇਆ। ਇੱਕ ਉਸ ਦਾ ਪਿਸ਼ਾਬ ਬੰਦ ਹੋ ਗਿਆ। ਇੱਕ ਸਾਰੇ ਸਿਆਣੇ ਹਕੀਮ, ਫਕੀਰ ਤੇ ਔਲਿਆ ਦੇ ਇਲਾਜ ਬੇਅਸਰ ਹੋ ਗਏ। ਇੱਕ ਅਖੀਰ ਇੱਕ ਫਕੀਰ ਨੇ ਸਲਾਹ ਦਿੱਤੀ ਕਿ ਇਸ ਦਾ ਇੱਕੋ ਹੀ ਇਲਾਜ ਹੈ। ਇੱਕ ਜਿਸ ਰੱਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਕੇ ਤੂੰ ਕਤਲ ਕਰਨ ਦੀ ਸੋਚ ਰਿਹਾ ਹੈ, ਉਸੇ ਦੀ ਜੁੱਤੀ ਤੈਨੂੰ ਬਚਾ ਸਕਦਾ ਹੈ। ਇੱਕ ਭਾਈ ਤਾਰੂ ਸਿੰਘ ਦੀ ਖੋਪਰੀ ਉਤਰ ਚੁੱਕੀ ਸੀ ਪਰ ਉਹ ਹੋਸ਼ ਵਿੱਚ ਸੀ। ਇੱਕ ਉਸ ਦੀਆਂ ਜੁੱਤੀਆਂ ਖਾ ਕੇ ਜ਼ਕਰੀਆ ਖਾਨ ਠੀਕ ਤਾਂ ਹੋ ਗਿਆ ਪਰ ਜਲਦੀ ਹੀ ਨਰਕ ਨੂੰ ਚੱਲਦਾ ਬਣਿਆ। ਇੱਕ ਉਸ ਦੀ ਜਗ੍ਹਾ ਯਹੀਆ ਖਾਨ ਲਾਹੌਰ ਦਾ ਗਵਰਨਰ ਬਣਿਆ। ਇੱਕ ਆਪਣੇ ਸਮੇਂ ਵਿੱਚ ਉਸਨੇ ਵੀ ਸਿੱਖਾਂ ਤੇ ਕੋਈ ਘੱਟ ਅਤਿਆਚਾਰ ਨਹੀਂ ਕੀਤੇ। ਇੱਕ ਉਸ ਦਾ ਦੀਵਾਨ ਲਖਪਤ ਰਾਏ ਰਾਜ ਦਰਬਾਰ ਵਿੱਚ ਬਹੁਤ ਤਾਕਤ ਰੱਖਦਾ ਸੀ। ਇੱਕ ਉਸਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਸਿੱਖਾਂ ਤੇ ਜ਼ੁਲਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇੱਕ ਇਸ ਦਾ ਭਰਾ ਜਸਪਤ ਰਾਏ ਸਿੱਖਾਂ ਦੇ ਪਿੰਡਾਂ ਵਿੱਚ ਲਗਾਨ ਇਕੱਠਾ ਕਰਨ ਦੀ ਮੁਹਿੰਮ ਦੀ ਅਗਵਾਈ ਕਰ ਰਿਹਾ ਸੀ। ਇੱਕ ਗੁਰੂਦੁਆਰਾ ਰੋੜੀ ਸਾਹਿਬ, ਇਮਨਾਬਾਦ ਵਿੱਚ ਜੁੜੇ ਬੈਠੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਨੀਅਤ ਨਾਲ ਗਿਆ। ਇੱਕ ਸਿੱਖ ਉਸ ਵੇਲੇ ਵੈਸਾਖੀ ਦਾ ਤਿਉਹਾਰ ਮਨਾਉਣ ਦੀ ਤਿਆਰੀ ਲਈ ਗੁਰੂਦੁਆਰਾ ਰੋੜੀ ਸਾਹਿਬ ਇਕੱਠੇ ਹੋਏ ਸੀ। ਇੱਕ ਸਿੱਖਾਂ ਤੋਂ ਇਹ ਵੀ ਬੜੀ ਖਾਰ ਖਾਂਦਾ ਸੀ। ਬਿਨਾਂ ਕਿਸੇ ਖਾਸ ਕਾਰਨ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਤੁਰੰਤ ਗੁਰੂਦੁਆਰਾ ਛੱਡ ਕੇ ਇੱਥੋਂ ਨਿਕਲ ਜਾਣ। ਇੱਕ ਸਿੱਖਾਂ ਨੇ ਕਿਹਾ ਕਿ ਰਾਤ ਨੂੰ ਅਸੀਂ ਕਥਾ ਕੀਰਤਨ ਕਰਕੇ ਸਵੇਰੇ ਸਵੇਰੇ ਅਸੀਂ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਵਾਂਗੇ, ਪਰ ਇਹ ਗਾਲੀ ਗਲੋਚ ਤੇ ਉੱਤਰ ਆਇਆ। ਸਿੱਖਾਂ ਤੋਂ ਬਰਦਾਸ਼ਤ ਨਹੀਂ ਹੋਇਆ, ਉਹਨਾਂ ਨੇ ਇਸ ਦਾ ਕਤਲ ਕਰ ਦਿੱਤਾ। ਇੱਕ ਜਦ ਲਖਪਤ ਰਾਏ ਨੂੰ ਭਰਾ ਦੇ ਕਤਲ ਦਾ ਪਤਾ ਚੱਲਿਆ ਤਾਂ ਉਹ ਬਹੁਤ ਝਟਪਟਾਇਆ ਤੇ ਯਹੀਆ ਖਾਨ ਕੋਲ ਦੌੜ ਗਿਆ। ਇੱਕ ਉਸ ਦੇ ਪੈਰਾਂ ਤੇ ਆਪਣੀ ਪੱਗ ਰੱਖ ਕੇ ਕਸਮ ਖਾਧੀ ਕਿ ਜਦ ਤੱਕ ਉਹ ਸਿੱਖਾਂ ਦਾ ਖੁਰਾ ਖੋਜ ਮਿਟਾ ਨਹੀਂ ਦੇਵੇਗਾ, ਉਹ ਪੱਗ ਨਹੀਂ ਬੰਨੇਗਾ। ਇੱਕ ਯਹੀਆ ਖਾਨ ਨੂੰ ਸਿੱਖਾਂ ਨੂੰ ਮਾਰ ਮੁਕਾਉਣ ਲਈ ਇਹੋ ਜਿਹੇ ਬੰਦੇ ਦੀ ਲੋੜ ਸੀ। ਇੱਕ ਉਸਨੇ ਤੁਰੰਤ ਉਸਨੂੰ ਸਿੱਖਾਂ ਦਾ ਮਲੀਆਮੇਟ ਕਰਨ ਦੀ ਮੁਹਿੰਮ ਦਾ ਮੋਢੀ ਥਾਪ ਦਿੱਤਾ। ਇੱਕ ਨਾਲ ਹੀ ਉਸਨੂੰ ਜਾਇਜ਼ ਨਜਾਇਜ਼ ਸਾਰੇ ਹੱਥਕੰਡੇ ਵਰਤਣ ਦਾ ਅਧਿਕਾਰ ਦੇ ਦਿੱਤਾ। ਇੱਕ ਉਸਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੱਥੇ ਕਿੱਥੇ ਕੋਈ ਸਿੱਖ ਨਜ਼ਰ ਆਏ ਉਸਨੂੰ ਕਤਲ ਕਰ ਦਿੱਤਾ ਜਾਏ। ਇੱਕ ਉਸਨੇ ਗੁੜ ਨੂੰ ਰੋੜੀ, ਗ੍ਰੰਥ ਨੂੰ ਗ੍ਰੰਥ ਕਹਿਣ ਦੀ ਬਜਾਏ ਪੋਥੀ ਤੇ ਨਾਨਕ ਨੂੰ ਨਾਨੂਨ ਕਹਿਣ ਦਾ ਹੁਕਮ ਜਾਰੀ ਕਰ ਦਿੱਤਾ ਤਾਂ ਕਿ ਕੋਈ ਭੁੱਲੇ ਭਟਕੇ ਵੀ ਗੁਰੂ ਗ੍ਰੰਥ ਤੇ ਬਾਬੇ ਨਾਨਕ ਨੂੰ ਯਾਦ ਨਾ ਕਰੇ। ਇੱਕ ਗੁਰੂ ਗ੍ਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਨਜ਼ਰ ਆਏ ਕੁਝ ਉਸਨੇ ਅਗਨੀ ਦੀ ਭੇਟ ਕਰ ਦਿੱਤੇ ਤੇ ਕੁਝ ਖੂਹਾਂ ਵਿੱਚ ਸੁੱਟਵਾ ਦਿੱਤੇ। ਇੱਕ ਲਖੂ ਨੇ ਸਭ ਤੋਂ ਪਹਿਲੇ ਲਾਹੌਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਅਮਨ ਸ਼ਾਂਤੀ ਨਾਲ ਵਸਦੇ ਸਾਰੇ ਸਿੱਖਾਂ ਨੂੰ ਸ਼ਹੀਦ ਕਰਵਾ ਦਿੱਤਾ। ਇੱਕ ਫੌਜ ਲੈ ਕੇ ਲਾਹੌਰ ਵੱਲ ਵਧਿਆ। ਇੱਕ ਅੰਮ੍ਰਿਤਸਰ ਪਹੁੰਚਦਿਆਂ ਉੱਥੇ ਜੁੜੇ ਬੈਠੇ ਸਿੱਖਾਂ ਤੇ ਹਮਲਾ ਕਰ ਦਿੱਤਾ। ਇੱਕ ਇਹ ਹਮਲਾ ਇਤਨਾ ਅਚਾਨਕ ਸੀ ਕਿ ਸਿੱਖਾਂ ਨੂੰ ਆਪਣੇ ਟਿਕਾਣਿਆਂ ਵੱਲ ਨਿਕਲ ਜਾਣ ਦਾ ਮੌਕਾ ਨਾ ਮਿਲਿਆ। ਇੱਕ ਸਿੱਖਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਉਹਨਾਂ ਨੂੰ ਕਾਹਨੂੰਵਾਲ ਨਿਕਲ ਤੁਰਨਾ ਚਾਹੀਦਾ ਹੈ। ਇੱਕ ਉਸ ਦੀ ਸੂਹ ਇਸ ਨੂੰ ਵੀ ਮਿਲ ਗਈ। ਇੱਕ ਉਸਨੇ ਅੰਮ੍ਰਿਤਸਰ ਤੋਂ ਨਿਕਲੀ ਸਿੱਖ ਵਹੀਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। 1746 ਵੈਸਾਖੀ ਦੇ ਨੇੜੇ ਤੇੜੇ ਉਸਨੇ ਬਹੁਤ ਸਾਰੀ ਫੌਜ ਨਾਲ ਸਿੱਖਾਂ ਨੂੰ ਘੇਰ ਲਿਆ। ਇੱਕ ਸਿੱਖ ਕਾਹਨੂੰਵਾਲ ਦੇ ਜੰਗਲੀ ਇਲਾਕੇ ਵਿੱਚ ਚਲੇ ਗਏ। ਇੱਕ ਫੌਜਾਂ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀਆਂ ਸੀ। ਇੱਕ ਲਗਾਤਾਰ ਕਈ ਲੜਾਈਆਂ ਹੋਈਆਂ। ਸਿੱਖ ਨਿਤੜਕ ਹੋ ਕੇ ਲੜਦੇ ਰਹੇ। ਇੱਕ ਕੁਝ ਜੰਗਲਾਂ ਦੀਆਂ ਝਾੜੀਆਂ ਵਿੱਚ ਗੁਰੀਲਾ ਯੁੱਧ ਕਰਨ ਲਈ ਛੁਪ ਗਏ। ਇੱਕ ਸਾਰੇ ਜੰਗਲਾਂ ਨੂੰ ਅੱਗ ਲਗਾ ਦਿੱਤੀ ਗਈ ਤਾਂ ਕਿ ਕੋਈ ਸਿੱਖ ਲੁਕ ਨਾ ਸਕੇ। ਇੱਕ ਸਿੱਖ ਜੰਮੂ ਵੱਲ ਪਿੱਛੇ ਨੂੰ ਹਟੇ ਕਿ ਸ਼ਾਇਦ ਉਹਨਾਂ ਨੂੰ ਪਨਾਹ ਮਿਲੇ, ਪਰ ਪਹਾੜੀ ਲੋਕ ਉਹਨਾਂ ਤੇ ਟੁੱਟ ਕੇ ਪੈ ਗਏ। ਗੋਲੀਆਂ ਤੇ ਪੱਥਰਾਂ ਨਾਲ ਸਵਾਗਤ ਕੀਤਾ। ਇੱਕ ਕੁਝ ਸਿੰਘ ਰਾਵੀ ਪਾਰ ਕਰ ਗਏ ਤੇ ਕੁਝ ਰੇਤੀਲੇ ਇਲਾਕਿਆਂ ਵਿੱਚ ਚਲੇ ਗਏ। ਬਹੁਤ ਸਾਰੇ ਸਿੱਖਾਂ ਨੂੰ ਲਖਪਤ ਦੇ ਹਵਾਲੇ ਕਰ ਦਿੱਤਾ। ਇੱਕ ਜੋ ਕੈਦੀ ਬਣਾ ਕੇ ਲਾਹੌਰ ਲਿਆਂਦੇ ਗਏ ਉਹਨਾਂ ਦੇ ਕੇਸ ਕਟਵਾਉਣ ਤੋਂ ਬਾਅਦ ਦਿੱਲੀ ਦਰਵਾਜ਼ੇ
ਦੇ ਬਾਹਰ ਖੁੱਲ੍ਹੇਆਮ ਕਤਲ ਕਰ ਦਿੱਤਾ ਗਿਆ ਤੇ ਧਮਕੀ ਵੀ ਦਿੱਤੀ ਕਿ ਹਰ ਸਿੱਖ ਜਾਂ ਗੁਰੂ ਦਾ ਨਾਮ ਲੈਣ ਵਾਲੇ ਦਾ ਪੇਟ ਚਾਕ ਕਰ ਦਿੱਤਾ ਜਾਵੇਗਾ। ਇਹ ਸਿੱਖ ਇਤਿਹਾਸ ਦਾ ਛੋਟਾ ਘਲੂਕਾਰਾ ਹੈ ਜਿਸ ਵਿੱਚ ਕੋਈ ਇਤਿਹਾਸਕਾਰ 10 ਤੇ ਕੋਈ 20 ਤੋਂ 25,000 ਸਿੰਘਾਂ ਦਾ ਕਤਲ ਇਹ ਆਮ ਹੋਇਆ ਦੱਸਦਾ ਹੈ। ਸਿੱਖਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ। ਇਹ ਸਿੱਖਾਂ ਲਈ ਭਾਰੀ ਸੱਟ ਸੀ। ਪਰ ਸਿੱਖ ਫਿਰ ਵੀ ਚੜ੍ਹਦੀਆਂ ਕਲਾਂ ਵਿੱਚ ਰਹੇ। ਇਸ ਘਲੂਕਾਰੇ ਮਗਰੋਂ ਸਿੱਖਾਂ ਦੀ ਤਾਕਤ ਦਿਨ ਬ ਦਿਨ ਵਧਣ ਲੱਗੀ ਤੇ ਤਕਰੀਬਨ 1.5 ਸਾਲ ਮਗਰੋਂ ਸਿੱਖਾਂ ਨੇ ਅੰਮ੍ਰਿਤਸਰ ਰਾਮਰੋਣੀ ਗੜ੍ਹੀ ਬਣਾ ਲਈ ਜੋ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਉਧਰ ਨਾਦਰ ਸ਼ਾਹ ਦੇ ਵਿਰੁੱਧ ਅਫਗਾਨਾਂ ਨੇ ਬਗਾਵਤ ਕੀਤੀ ਪਰ ਬੁਰੀ ਤਰ੍ਹਾਂ ਹਾਰ ਗਏ। ਬਹੁਤ ਸਾਰੇ ਅਫਗਾਨੀ ਕੈਦ ਕਰ ਲਿੱਤੇ ਗਏ ਜਿਨ੍ਹਾਂ ਵਿੱਚ ਜ਼ੁਲਫਕਾਰ ਤੇ ਅਹਿਮਦ ਸ਼ਾਹ ਵੀ ਸੀ। ਜ਼ੁਲਫਕਾਰ ਤੇ ਗਲਜ਼ੀਆਂ ਨਾਲ ਲੜਦਾ ਮਾਰਿਆ ਗਿਆ ਪਰ ਅਹਿਮਦ ਸ਼ਾਹ ਨੇ ਆਪਣੀ ਸੂਝ-ਬੂਝ ਤੇ ਹੋਸ਼ਿਆਰੀ ਨਾਲ ਨਾਦਰ ਸ਼ਾਹ ਦਾ ਵਿਸ਼ਵਾਸ ਹਾਸਲ ਕਰ ਲਿਆ ਜਿਸ ਦੀ ਨਾਦਰ ਸ਼ਾਹ ਨੇ ਬੜੀ ਖੁੱਲ੍ਹ ਕੇ ਤਾਰੀਫ ਕੀਤੀ। ਈਰਾਨ ਤੁਰਨ ਤੇ ਹਿੰਦ ਵਿੱਚ ਮੈਨੂੰ ਅਹਿਮਦ ਵਰਗਾ ਕੋਈ ਬੰਦਾ ਨਹੀਂ ਮਿਲਿਆ। 1747 ਵਿੱਚ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ। ਸਰਬਸੰਮਤੀ ਨਾਲ ਅਬਦਾਲੀ ਨੂੰ ਲੀਡਰ ਮੰਨ ਕੇ ਦੁਰਾਨੀ ਪਾਤਸ਼ਾਹ ਦਾ ਖਿਤਾਬ ਦਿੱਤਾ। ਪੰਜਾਬ ਉਸ ਵਕਤ ਬਹੁਤ ਵੱਡਾ ਸਰਹੱਦੀ ਰਾਜ ਸੀ। ਲੋਕ ਮਿਹਨਤੀ ਹੋਣ ਕਰਕੇ ਧਨ ਦੌਲਤ ਨਾਲ ਵੀ ਮਾਲਾ ਮਾਲ ਸੀ। ਧਾੜਵੀਆਂ ਨੇ ਪੰਜਾਬ ਨੂੰ ਖਾਸ ਆਪਣੀ ਲੁੱਟਮਾਰ ਦਾ ਨਿਸ਼ਾਨਾ ਬਣਾਇਆ। ਅਬਦਾਲੀ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਅਜੇ ਤਾਕਤ ਪਕੜ ਹੀ ਰਹੇ ਸਨ। 1748 1761 ਤੱਕ 5 ਹਮਲੇ ਕੀਤੇ। ਮਰਾਠੇ ਜੋ ਦਿੱਲੀ ਤੱਕ ਪਹੁੰਚ ਗਏ ਸੀ ਪੰਜਾਬ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਅਬਦਾਲੀ ਨੇ ਪਾਨੀਪਤ ਦੀ ਤੀਜੀ ਲੜਾਈ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ। ਉਲਟ ਪੁੱਠਾ ਕੌਮਾ। ਜਦ ਉਹ ਕਾਬਲ ਵਾਪਸ ਮੁੜਨ ਲੱਗਾ ਤਾਂ ਸਿੱਖਾਂ ਨੇ ਉਸ ਦਾ ਲੁੱਟਦਾ ਮਾਲ ਤੇ ਜਵਾਨ ਬੱਚਿਆਂ ਕੋਲ ਲਈਆਂ। ਲੁੱਟਦਾ ਮਾਲ ਤੇ ਉਹਨਾਂ ਨੇ ਖੁਦ ਰੱਖ ਲਿਆ ਤੇ ਜਵਾਨ ਬੱਚਿਆਂ ਨੂੰ ਇੱਜ਼ਤ ਘਰੋਂ ਘਰੀ ਪਹੁੰਚਾ ਦਿੱਤਾ। ਅਬਦਾਲੀ ਦੇ ਕਾਬਲ ਪਰਤਣ ਤੋਂ ਬਾਅਦ ਸਿੱਖ ਅਮਲੀ ਤੌਰ ਤੇ ਪੰਜਾਬ ਦੇ ਮਾਲਕ ਬਣ ਗਏ।